ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੇ ਇਸ ਖਾਸ ਵਿਸ਼ਲੇਸ਼ਣ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ 1971 ਦੀ ਅਖੰਡ ਜੋਤੀ ਮੈਗਜ਼ੀਨ ਦੀਆਂ ਪਵਿੱਤਰ ਲਿਖਤਾਂ ਦੇ ਇੱਕ ਬਹੁਤ ਹੀ ਸ਼ਾਨਦਾਰ ਸਫ਼ਰ ਤੇ ਜਾਣ ਵਾਲੇ ਹਾਂ। ਤੁਹਾਨੂੰ ਪਤਾ ਹੈ, ਇਹ ਸਾਹਿਤ ਸਿਰਫ ਪੜ੍ਹਨ ਵਾਲੀ ਕੋਈ ਆਮ ਕਿਤਾਬ ਨਹੀਂ ਹੈ, ਬਲਕਿ ਅਸਲ ਵਿੱਚ ਜੀਵਨ ਜਿਉਣ ਦਾ ਇੱਕ ਮੁਕੰਮਲ ਨਕਸ਼ਾ ਹੈ। ਇਹ ਇੱਕ ਨਵੀਂ ਸਵੇਰ, ਇੱਕ ਨਵੀਂ ਜਾਗ੍ਰਿਤੀ ਵਰਗਾ ਹੈ। ਅੱਜ ਅਸੀਂ ਇਹਨਾਂ ਪੰਨਿਆਂ ਵਿੱਚ ਛੁਪੇ ਉਸ ਡੂੰਘੇ ਗਿਆਨ ਨੂੰ ਸਮਝਾਂਗੇ ਅਤੇ ਦੇਖਾਂਗੇ ਕਿ ਕਿਵੇਂ ਇਹ ਦਹਾਕਿਆਂ ਪੁਰਾਣੀਆਂ ਗੱਲਾਂ ਅੱਜ ਦੇ ਸਾਡੇ ਆਧੁਨਿਕ ਜੀਵਨ ਵਿੱਚ ਵੀ ਬਿਲਕੁਲ ਸਹੀ ਟੁਕਦੀਆਂ ਹਨ। ਤਾਂ ਫਿਰ ਸ਼ੁਰੂ ਕਰੀਏ। ਠੀਕ ਹੈ, ਆਓ ਫਟਾਫਟ ਇਸ ਜੀਵਨ ਪ੍ਰਬੰਧਨ ਦੇ ਇੰਡੈਕਸ ਤੇ ਇੱਕ ਨਜ਼ਰ ਮਾਰੀਏ। ਸਾਡੇ ਕੋਲ ਹੈ ਸਾਹਿਤ ਵਿੱਚ ਸੱਚ ਦੀ ਭਾਲ, ਚੇਤਨਾ ਅਤੇ ਸਵੈ ਸੰਜਮ, ਸਮਾਜਿਕ ਅਤੇ ਬੌਧਿਕ ਕ੍ਰਾਂਤੀ ਅਤੇ ਅਖੀਰ ਵਿੱਚ ਸ਼ਾਂਤੀ ਅਤੇ ਖੁਸ਼ੀ ਦਾ ਸੂਤਰ। ਅੱਜ ਅਸੀਂ ਇਹੀ ਦੇਖਣਾ ਹੈ ਕਿ ਅਧਿਆਤਮ ਅਤੇ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਆਪਸ ਵਿੱਚ ਕਿਵੇਂ ਜੁੜੇ ਹੋਏ ਹਨ। ਭਾਗ ਪਹਿਲਾ, ਸਾਹਿਤ ਵਿੱਚ ਸੱਚ ਦੀ ਭਾਲ। ਇੱਥੇ ਅਸੀਂ ਦੇਖਾਂਗੇ ਕਿ ਕਿਵੇਂ ਇਹ ਸਾਹਿਤ ਸਾਡੀ ਅੰਦਰੂਨੀ ਬੁਨਿਆਦ ਯਾਨੀ ਸਾਡੇ ਮੂਲ ਆਧਾਰ ਨੂੰ ਖੋਜਣ ਦਾ ਰਸਤਾ ਸਾਫ਼ ਕਰਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਕਲਾ ਅਤੇ ਸੱਭਿਆਚਾਰ ਦੀ ਅਸਲ ਪ੍ਰੇਰਣਾ ਕੀ ਹੁੰਦੀ ਹੈ? ਇਹ ਬਹੁਤ ਹੀ ਕਮਾਲ ਦਾ ਲੇਖ ਹੈ। ਕਲਾ ਅਤੇ ਸੰਸਕ੍ਰਿਤੀ ਦੀ ਮੂਲ ਪ੍ਰੇਰਣਾ ਪ੍ਰੇਮ। ਇਹ ਸਾਨੂੰ ਦੱਸਦਾ ਹੈ ਕਿ ਮਨੁੱਖੀ ਕਲਾ ਅਤੇ ਸਾਡੀ ਹੋਂਦ ਦੀ ਬੁਨਿਆਦ ਹੋਰ ਕੁਝ ਨਹੀਂ, ਸਿਰਫ ਤੇ ਸਿਰਫ ਪ੍ਰੇਮ ਹੈ। ਬਿਨਾਂ ਪਿਆਰ ਦੇ ਦੁਨੀਆ ਦੀ ਕੋਈ ਵੀ ਸਿਰਜਣਾ ਬਿਲਕੁਲ ਅਧੂਰੀ ਹੈ। ਇਹ ਸੱਚਮੁੱਚ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਆਲੇ-ਦੁਆਲੇ ਜੋ ਵੀ ਖੂਬਸੂਰਤੀ ਹੈ, ਉਸ ਦਾ ਅਸਲ ਸਰੋਤ ਸਾਡੇ ਅੰਦਰਲਾ ਪਿਆਰ ਹੀ ਹੈ। ਅਤੇ ਇਸੇ ਪ੍ਰੇਮ ਦਾ ਅਗਲਾ ਪੜਾਵ ਕੀ ਹੈ? ਨਿਰਸਵਾਰਥ ਸੇਵਾ। ਹੁਣ ਜ਼ਰਾ ਇਸ ਗੱਲ ਤੇ ਗੌਰ ਕਰੋ, ਵੈਡੂਰੀਓ ਕਦੇ ਕੱਚ ਨਹੀਂ ਹੋ ਸਕਦਾ। ਕਿੰਨੀ ਡੂੰਗੀ ਗੱਲ ਹੈ। ਵੈਡੂਰੀਓ ਯਾਨੀ ਕਿ ਲਾਪਿਸ ਲਜ਼ੂਲੀ ਵਰਗਾ ਬੇਹੱਦ ਕੀਮਤੀ ਪੱਥਰ, ਉਹ ਕਦੇ ਵੀ ਕੱਚ ਵਿੱਚ ਨਹੀਂ ਬਦਲ ਸਕਦਾ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਸਾਡੀ ਆਤਮਾ ਦੀ ਸ਼ੁੱਧਤਾ ਕਦੇ ਵੀ ਕਟਾਈ ਜਾਂ ਖਤਮ ਨਹੀਂ ਕੀਤੀ ਜਾ ਸਕਦੀ। ਪਰ ਅਸੀਂ ਆਪਣੀ ਅਸਲ ਕੀਮਤ ਪਛਾਣਦੇ ਕਦੋਂ ਹਾਂ? ਜਦੋਂ ਅਸੀਂ ਸੇਵਾ ਰਾਹੀਂ ਸੱਚ ਦੀ ਪ੍ਰਾਪਤੀ ਦੇ ਰਾਹ ਤੇ ਤੁਰਦੇ ਹਾਂ। ਚਲੋ ਅੱਗੇ ਵਧਦੇ ਹਾਂ ਭਾਗ ਦੂਜੇ ਵੱਲ, ਚੇਤਨਾ ਅਤੇ ਸਵੈ ਸੰਜਮ। ਹੁਣ ਆਪਾਂ ਗੱਲ ਕਰਾਂਗੇ ਅੰਦਰੂਨੀ ਊਰਜਾ ਨੂੰ ਸਹੀ ਦਿਸ਼ਾ ਦੇਣ ਦੀ। ਹੁਣ ਇੱਥੇ ਇੱਕ ਬਹੁਤ ਹੀ ਦਿਲਚਸਪ ਸਵਾਲ ਪੈਦਾ ਹੁੰਦਾ ਹੈ ਜੋ ਸੱਚਮੁੱਚ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਪਦਾਰਥ ਯਾਨੀ ਮੈਟਰ ਅਤੇ ਚੇਤਨਾ ਸੱਚਮੁੱਚ ਦੋ ਵੱਖਰੀਆਂ ਇਕਾਈਆਂ ਹਨ। ਇਹ ਸਵਾਲ ਭੌਤਿਕ ਵਿਗਿਆਨ ਅਤੇ ਡੂੰਘੇ ਅਧਿਆਤਮ ਦੇ ਵਿਚਕਾਰ ਇੱਕ ਬਹੁਤ ਵੱਡਾ ਪੁਲ ਬਣਾਉਂਦਾ ਹੈ। ਇਹ ਬਿਲਕੁਲ ਉਹ ਬਿੰਦੂ ਹੈ ਜਿੱਥੇ ਆ ਕੇ ਵਿਗਿਆਨ ਦੀਆਂ ਹੱਦਾਂ ਖਤਮ ਹੋ ਜਾਂਦੀਆਂ ਹਨ ਅਤੇ ਰੂਹਾਨੀਅਤ ਸ਼ੁਰੂ ਹੁੰਦੀ ਹੈ। ਅਤੇ ਲੇਖ ਪਦਾਰਥ ਅਤੇ ਚੇਤਨਾ ਦੋ ਵੱਖਰੀਆਂ ਹੋਂਦਾਂ ਇਸੇ ਫਰਕ ਨੂੰ ਬੜੇ ਸ਼ਾਨਦਾਰ ਢੰਗ ਨਾਲ ਸਪਸ਼ਟ ਕਰਦਾ ਹੈ। ਦੇਖੋ, ਪਦਾਰਥ ਉਹ ਭੌਤਿਕ ਚੀਜ਼ ਹੈ ਜਿਸ ਨੂੰ ਅਸੀਂ ਛੂ ਸਕਦੇ ਹਾਂ, ਪਰ ਚੇਤਨਾ ਉਹ ਅਧਿਕ ਜ਼ਬਰਦਸਤ ਤਾਕਤ ਹੈ ਜੋ ਇਸ ਪੂਰੇ ਢਾਂਚੇ ਨੂੰ ਚਲਾਉਂਦੀ ਹੈ। ਅਸੀਂ ਅਕਸਰ ਸ਼ੀਸ਼ੇ ਅੱਗੇ ਖੜ ਕੇ ਸਿਰਫ ਆਪਣੇ ਸਰੀਰ ਨੂੰ ਸੰਵਾਰਨ ਵਿੱਚ ਲੱਗੇ ਰਹਿੰਦੇ ਹਾਂ, ਹੈ ਨਾ? ਪਰ ਅਸਲ ਵਿੱਚ ਅਸੀਂ ਇਸ ਸਰੀਰ ਤੋਂ ਕਿਤੇ ਵੱਧ ਹਾਂ। ਅਸੀਂ ਇੱਕ ਚੇਤਨ, ਕਦੇ ਨਾ ਮਰਨ ਵਾਲੀ ਊਰਜਾ ਹਾਂ। ਹੁਣ ਇਸ ਅੰਦਰੂਨੀ ਤਾਕਤ ਨੂੰ ਜਗਾਉਣ ਲਈ ਕੁਝ ਅਜਿਹੇ ਨਿਯਮ ਚਾਹੀਦੇ ਹਨ ਜੋ ਸ਼ਾਇਦ ਪਹਿਲੀ ਵਾਰ ਸੁਣਨ ਤੇ ਥੋੜੇ ਅਜੀਬ ਲੱਗਣ। ਨਿੰਦਕ ਨੇੜੇ ਰੱਖੀਏ, ਯਾਨੀ ਆਪਣੇ ਆਲੋਚਕਾਂ ਨੂੰ ਜਿਹੜੇ ਤੁਹਾਡੀਆਂ ਕਮੀਆਂ ਕੱਢਦੇ ਨੇ, ਉਹਨਾਂ ਨੂੰ ਹਮੇਸ਼ਾ ਆਪਣੇ ਨੇੜੇ ਰੱਖੋ। ਮੈਂ ਜਾਣਦਾ ਹਾਂ ਇਹ ਸੁਣਨ ਵਿੱਚ ਥੋੜਾ ਔਖਾ ਲੱਗਦਾ ਹੈ, ਪਰ ਸੋਚੋ, ਉਹੀ ਤਾਂ ਸਾਡੀਆਂ ਕਮੀਆਂ ਦੱਸ ਕੇ ਸਾਨੂੰ ਬਿਹਤਰ ਇਨਸਾਨ ਬਣਾਉਂਦੇ ਹਨ। ਨਾਲ ਹੀ ਉਪਾਸਨਾ ਵਿੱਚ ਸੰਜਮ ਦੇ ਚਮਤਕਾਰ ਸਾਨੂੰ ਸਿਖਾਉਂਦਾ ਹੈ ਕਿ ਆਪਣੇ ਆਪ ਤੇ ਕਾਬੂ ਰੱਖਣਾ ਯਾਨੀ ਸਵੈ ਸੰਜਮ ਕੋਈ ਬੋਝ ਨਹੀਂ ਹੈ। ਇਹ ਅਸਲ ਵਿੱਚ ਉਹ ਅਦਭੁਤ ਤਾਕਤ ਹੈ ਜੋ ਜ਼ਿੰਦਗੀ ਵਿੱਚ ਅਸਲੀ ਚਮਤਕਾਰ ਕਰ ਸਕਦੀ ਹੈ। ਜੇਕਰ ਅਸੀਂ ਇਸ ਪੂਰੇ ਅਧਿਆਤਮਿਕ ਸਾਹਿਤ ਨੂੰ, ਜਿਸ ਨੂੰ ਵਾਂਗਮਈ ਕਿਹਾ ਜਾਂਦਾ ਹੈ, ਧਿਆਨ ਨਾਲ ਦੇਖੀਏ ਤਾਂ ਇਹ ਮੁੱਖ ਤੌਰ ਤੇ ਕੁਝ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਹੈ: ਅਧਿਆਤਮ, ਧਿਆਨ, ਸਾਡੀਆਂ ਭਾਵਨਾਵਾਂ ਅਤੇ ਜੀਵਨ ਪ੍ਰਬੰਧਨ। ਇਹ ਕੋਈ ਵੱਖਰੇ ਵਿਸ਼ੇ ਨਹੀਂ ਹਨ। ਹਰ ਇੱਕ ਲੇਖ, ਹਰ ਇੱਕ ਕਿਤਾਬ ਉਸ ਵੱਡੀ ਅੰਦਰੂਨੀ ਤਬਦੀਲੀ ਦਾ ਇੱਕ ਹਿੱਸਾ ਹੈ। ਇਹ ਸਾਰਾ ਗਿਆਨ ਰਲ ਕੇ ਸਾਡੀ ਸੋਚ ਨੂੰ ਇੱਕ ਨਵਾਂ, ਵਿਸ਼ਾਲ ਨਜ਼ਰੀਆ ਦਿੰਦਾ ਹੈ। ਆਓ ਹੁਣ ਆਪਣੇ ਤੀਜੇ ਭਾਗ ਵੱਲ ਚੱਲੀਏ, ਸਮਾਜ ਅਤੇ ਬੌਧਿਕ ਕ੍ਰਾਂਤੀ। ਜਦੋਂ ਬਦਲਾਅ ਅੰਦਰੋਂ ਸ਼ੁਰੂ ਹੁੰਦਾ ਹੈ ਤਾਂ ਉਹ ਬਾਹਰ ਸਮਾਜ ਵਿੱਚ ਇੱਕ ਵਿਚਾਰ ਕ੍ਰਾਂਤੀ ਬਣ ਕੇ ਫੈਲਦਾ ਹੈ। ਤੁਹਾਨੂੰ ਪਤਾ ਹੈ ਇਸ ਸਾਹਿਤ ਦੀ ਸਭ ਤੋਂ ਕ੍ਰਾਂਤੀਕਾਰੀ ਗੱਲ ਕੀ ਹੈ? ਇਹ ਸਿੱਧਾ ਸਮਾਜਿਕ ਮੁੱਦਿਆਂ ਤੇ ਗੱਲ ਕਰਦਾ ਹੈ। ਇਹ ਬਿਲਕੁਲ ਸਪਸ਼ਟ ਕਹਿੰਦਾ ਹੈ ਕਿ ਛੂਤ-ਛੂਤ ਦਾ ਭੇਦ ਮਿਟਣਾ ਚਾਹੀਦਾ ਹੈ। ਜੇਕਰ ਅਸੀਂ ਅਧਿਆਤਮਿਕ ਹਾਂ ਤਾਂ ਸਾਨੂੰ ਸਾਰਿਆਂ ਨੂੰ ਬਰਾਬਰ ਸਮਝਣਾ ਪਵੇਗਾ। ਹੋਰ ਤਾਂ ਹੋਰ, ਇਹ ਪੈਸੇ ਬਾਰੇ ਵੀ ਇੱਕ ਕਮਾਲ ਦਾ ਨਜ਼ਰੀਆ ਦਿੰਦਾ ਹੈ।
ਪੈਸਾ ਕਮਾਉਣਾ ਮਾੜਾ ਨਹੀਂ ਹੈ, ਪਰ ਬਿਨਾਂ ਲੋੜ ਤੋਂ ਧਨ ਦਾ ਸੰਗ੍ਰਹਿ ਕਰਨਾ ਯਾਨੀ ਢੇਰ ਲਗਾਉਣਾ ਗਲਤ ਹੈ। ਇਹ ਸਾਨੂੰ ਬਰਾਬਰੀ ਅਤੇ ਸਾਧਨਾ ਦੀ ਸਹੀ ਵੰਡ ਦਾ ਨੈਤਿਕ ਸਬਕ ਸਿਖਾਉਂਦਾ ਹੈ। ਸੋ ਇੱਥੇ ਇੱਕ ਸਵਾਲ ਜੋ ਸ਼ਾਇਦ ਤੁਹਾਡੇ ਮਨ ਵਿੱਚ ਵੀ ਆ ਰਿਹਾ ਹੋਵੇਗਾ, ਅਸੀਂ ਸਮਾਜ ਬਦਲਣ ਦੀਆਂ ਗੱਲਾਂ ਤਾਂ ਬਹੁਤ ਕਰਦੇ ਹਾਂ, ਪਰ ਇੱਕ ਵਿਸ਼ਵਵਿਆਪੀ ਕ੍ਰਾਂਤੀ ਅਸਲ ਵਿੱਚ ਹੁੰਦੀ ਕਿਵੇਂ ਹੈ? ਕੀ ਇਹ ਸੜਕਾਂ ਤੇ ਉਤਰਨ ਨਾਲ ਜਾਂ ਹਥਿਆਰਾਂ ਨਾਲ ਹੁੰਦੀ ਹੈ, ਜਾਂ ਫਿਰ ਇਹ ਕਿਸੇ ਬਹੁਤ ਹੀ ਡੂੰਘੇ ਬਦਲਾਅ ਦਾ ਨਤੀਜਾ ਹੈ? ਇਸ ਪਵਿੱਤਰ ਸਾਹਿਤ ਕੋਲ ਇਸ ਦਾ ਇੱਕ ਬਹੁਤ ਹੀ ਸਟੀਕ ਜਵਾਬ ਹੈ। ਜਵਾਬ ਬਹੁਤ ਹੀ ਡੂੰਘਾ ਹੈ। ਕ੍ਰਾਂਤੀ ਵਿਸ਼ਵਵਿਆਪੀ ਹੋਵੇਗੀ ਪਰ ਬੌਧਿਕ, ਯਾਨੀ ਅਸਲੀ ਬਦਲਾਵ ਕਿਸੇ ਹਥਿਆਰ ਨਾਲ ਨਹੀਂ, ਸਗੋਂ ਦਿਮਾਗ ਤੋਂ ਸ਼ੁਰੂ ਹੁੰਦਾ ਹੈ। ਇਸ ਦੇ 3 ਮੁੱਖ ਪੜਾਅ ਹਨ। ਸਭ ਤੋਂ ਪਹਿਲਾਂ ਇਨਸਾਨ ਦੀ ਆਪਣੀ ਅੰਦਰੂਨੀ ਜਾਗਰਤੀ, ਫਿਰ ਇੱਕ ਸਮੂਹਿਕ ਬੌਧਿਕ ਤਬਦੀਲੀ ਜਿੱਤੇ ਪੂਰੇ ਸਮਾਜ ਦੀ ਸੋਚ ਬਦਲਦੀ ਹੈ, ਅਤੇ ਅਖੀਰ ਵਿੱਚ ਉਹੀ ਸੋਚ ਇੱਕ ਵਿਸ਼ਵਵਿਆਪੀ ਬਦਲਾਵ ਲੈ ਕੇ ਆਉਂਦੀ ਹੈ। ਇਹ ਤਲਵਾਰ ਦੀ ਤਾਕਤ ਨਹੀਂ ਹੈ ਜੀ, ਇਹ ਵਿਚਾਰਾਂ ਦੀ ਅਦਭੁਤ ਤਾਕਤ ਹੈ। ਹੁਣ ਇਸ ਬੌਧਿਕ ਕ੍ਰਾਂਤੀ ਦੀ ਅੱਗ ਨੂੰ ਬਲਦਾ ਰੱਖਣ ਲਈ ਕੁਝ ਮਜ਼ਬੂਤ ਥੰਮਾਂ ਦੀ ਲੋੜ ਹੈ। ਸਾਹਿਤ ਸਾਨੂੰ ਉਹ ਥੰਮ ਦਿੰਦਾ ਹੈ: ਸਮਾਜਿਕ ਸੁਧਾਰ, ਨਵੇਂ ਯੁੱਗ ਦਾ ਨਿਰਮਾਣ ਅਤੇ ਮਹਿਲਾ ਸਸ਼ਕਤੀਕਰਨ। ਇਹ ਸਿਰਫ ਕਿਤਾਬਾਂ ਦੇ ਪੰਨਿਆਂ ਤੇ ਲਿਖੇ ਸ਼ਬਦ ਨਹੀਂ ਹਨ, ਇਹ ਉਹ ਅਸਲ ਇੰਧਨ ਹਨ ਜੋ ਇਸ ਪੂਰੀ ਲਹਿਰ ਨੂੰ ਅੱਗੇ ਵਧਣ ਦੀ ਤਾਕਤ ਦਿੰਦੇ ਹਨ। ਇੱਕ ਸਿਹਤਮੰਦ ਅਤੇ ਬਿਹਤਰ ਸਮਾਜ ਬਣਾਉਣ ਲਈ ਇਹਨਾਂ ਦਾ ਹੋਣਾ ਬਿਲਕੁਲ ਲਾਜ਼ਮੀ ਹੈ। ਇਸ ਨਾਲ ਅਸੀਂ ਪਹੁੰਚਦੇ ਹਾਂ ਆਪਣੇ ਚੌਥੇ ਅਤੇ ਆਖਰੀ ਭਾਗ ਤੇ, ਸ਼ਾਂਤੀ ਅਤੇ ਖੁਸ਼ੀ ਦੇ ਸੂਤਰ। ਆਓ ਕੁਝ ਅਮਲੀ ਗੱਲਾਂ ਕਰੀਏ ਜੋ ਰੋਜ਼ਾਨਾ ਜੀਵਨ ਵਿੱਚ ਸ਼ਾਂਤੀ ਲਿਆ ਸਕਦੀਆਂ ਹਨ। ਇਸ ਇੰਡੈਕਸ ਵਿੱਚ ਕੁਝ ਬਹੁਤ ਹੀ ਰਹੱਸਮਈ ਅਤੇ ਖੂਬਸੂਰਤ ਲਾਈਨਾਂ ਹਨ। ਉਦਾਹਰਣ ਲਈ, ਨਾਭੀ ਵਿੱਚ ਬੈਠਾ ਹੋਇਆ ਸੂਰਜ ਸੁਣਨ ਵਿੱਚ ਕਵਿਤਾ ਵਰਗਾ ਲੱਗਦਾ ਹੈ ਨਾ, ਪਰ ਅਸਲ ਵਿੱਚ ਇਹ ਸਾਡੀ ਅੰਦਰੂਨੀ ਊਰਜਾ ਦੇ ਕੇਂਦਰ ਸੋਲਰ ਪਲੈਕਸਸ ਦੇ ਜਾਗਣ ਦਾ ਪ੍ਰਤੀਕ ਹੈ। ਅਤੇ ਸੁਪਨਿਆਂ ਰਾਹੀਂ ਮਨ ਦਾ ਆਤਮਾ ਨਾਲ ਮੇਲ ਮਿਲਾਪ ਸਾਨੂੰ ਸਮਝਾਉਂਦਾ ਹੈ ਕਿ ਕਿਵੇਂ ਸਾਡਾ ਅਵਚੇਤਨ ਮਨ, ਸਾਡਾ ਸਬਕੌਂਸ਼ੀਅਸ, ਅਸਲ ਵਿੱਚ ਸਾਡੀ ਆਤਮਾ ਅਤੇ ਪਰਮਾਤਮਾ ਨਾਲ ਜੁੜਿਆ ਹੋਇਆ ਹੈ। ਪਰ ਇੱਕ ਗੱਲ ਯਾਦ ਰੱਖਿਓ, ਇਹ ਸਭ ਕੁਝ ਕੋਈ ਰਾਤੋਂ ਰਾਤ ਹੋਣ ਵਾਲਾ ਜਾਦੂ ਨਹੀਂ ਹੈ। ਇਹ ਪੂਰੀ ਜ਼ਿੰਦਗੀ ਦਾ ਇੱਕ ਲੰਬਾ ਸਫ਼ਰ ਹੈ। ਕਦੇ ਗੌਰ ਕੀਤਾ ਹੈ ਕਿ ਕਿਵੇਂ ਜਵਾਨੀ ਵਿੱਚ ਅਸੀਂ ਦੁਨਿਆਵੀ ਚੀਜ਼ਾਂ ਦੀ ਨੀਂਦ ਵਿੱਚ ਸੁੱਤੇ ਰਹਿੰਦੇ ਹਾਂ ਅਤੇ ਅਕਸਰ ਬੁਢਾਪੇ ਵਿੱਚ ਜਾ ਕੇ ਉਹ ਨੀਂਦ ਟੁੱਟਦੀ ਹੈ? ਬਿਲਕੁਲ ਜਿਵੇਂ ਲੇਖ ਕਹਿੰਦਾ ਹੈ, ਬਚਪਨ ਦੀ ਨੀਂਦ ਬੁਢਾਪੇ ਵਿੱਚ ਟੁੱਟੀ। ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਾਗਣ ਦਾ ਇਹ ਸਫ਼ਰ ਨਿਰੰਤਰ ਚੱਲਦਾ ਰਹਿੰਦਾ ਹੈ। ਸੋ ਗੱਲ ਦਾ ਨਿਚੋੜ ਕੀ ਨਿਕਲਿਆ? ਮੁੱਖ ਮੁੱਦਾ ਇਹ ਹੈ ਕਿ ਇਸ ਗਿਆਨ ਨੂੰ ਆਪਾਂ ਆਪਣੀ ਰੋਜ਼ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਕਿਵੇਂ ਵਰਤਣਾ ਹੈ। ਸਾਹਿਤ ਸਾਨੂੰ ਸੁੱਖ ਸ਼ਾਂਤੀ ਦੇ ਸਵਰਗ ਸੂਤਰ ਦਿੰਦਾ ਹੈ, ਜਿਵੇਂ ਸਵੈ-ਸਹਾਇਤਾ, ਜੀਵਨ ਜਿਉਣ ਦੀ ਕਲਾ ਅਤੇ ਤਣਾਅ ਨੂੰ ਕਾਬੂ ਕਰਨਾ। ਇਹ ਸਾਨੂੰ ਸਮਝਾਉਂਦਾ ਹੈ ਕਿ ਅਸਲ ਸ਼ਾਂਤੀ ਕਿਤੇ ਬਾਹਰ ਮਾਲਜ਼ ਜਾਂ ਬਾਜ਼ਾਰਾਂ ਵਿੱਚ ਨਹੀਂ ਮਿਲਦੀ, ਸਗੋਂ ਸਾਡੇ ਆਪਣੇ ਮਨ ਦੇ ਪ੍ਰਬੰਧਨ ਵਿੱਚ ਹੈ। ਇਹੀ ਸੱਚੀ ਖੁਸ਼ੀ ਦਾ ਅਸਲ ਫਾਰਮੂਲਾ ਹੈ। ਅਖੀਰ ਵਿੱਚ ਆਓ ਇੱਕ ਡੂੰਗੀ ਸੋਚ ਨਾਲ ਅੱਜ ਦਾ ਇਹ ਵਿਸ਼ਲੇਸ਼ਣ ਖਤਮ ਕਰੀਏ। ਇਨ੍ਹਾਂ ਅਖੰਡ ਜੋਤੀ ਦੇ ਪੰਨਿਆਂ ਤੇ ਲਿਖਿਆ ਗਿਆਨ 1971 ਦਾ ਹੈ, ਪਰ ਜ਼ਰਾ ਸੋਚੋ ਕਿ ਇਹ ਅੱਜ ਦੇ ਇਸ ਤੇਜ਼-ਤਰਾਰ ਡਿਜੀਟਲ ਯੁੱਗ ਵਿੱਚ ਵੀ ਓਨਾ ਹੀ ਸੱਚ ਨਹੀਂ ਹੈ। ਸਵਾਲ ਇਹ ਹੈ ਕਿ ਇਸ ਆਧੁਨਿਕ ਜ਼ਿੰਦਗੀ ਨੂੰ ਅਸਲ ਵਿੱਚ ਬਦਲਣ ਲਈ ਅਸੀਂ ਇਨ੍ਹਾਂ ਸਦੀਵੀ ਸੂਤਰਾਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਕਿਵੇਂ ਬਣਾਵਾਂਗੇ? ਇਨ੍ਹਾਂ ਲਿਖਤਾਂ ਵਿੱਚ ਅਜੇ ਵੀ ਬਹੁਤ ਕੁਝ ਅਜਿਹਾ ਹੈ ਜੋ ਖੋਜਿਆ ਜਾਣਾ ਬਾਕੀ ਹੈ। ਅੱਜ ਦੇ ਇਸ ਸਫ਼ਰ ਵਿੱਚ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।